ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਿਆਰੀ ਸਾਧ ਸੰਗਤ ਜੀ, ਜੈ ਗੁਰਦੇਵ, ਧੰਨ ਗੁਰਦੇਵ। ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਜੀਵਾਂ ਨੂੰ ਉਸ ਪਰਮ ਪਿਤਾ ਪ੍ਰਮਾਤਮਾ ਦਾ ਨਾਮ ਜਪ ਕੇ ਸੱਚ ਦੇ ਮਾਰਗ ਤੇ ਚੱਲ ਕੇ ਉਸ ਆਨੰਦਮਈ ਅਵਸਥਾ ਦੇ ਵਿੱਚ ਪਹੁੰਚਣ ਦਾ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਅਤੇ ਫਰਮਾਉਂਦੇ ਨੇ ਕਿ ਭਾਈ, ਜਦੋਂ ਤੱਕ ਅਸੀਂ ਕਰਮ ਕਾਂਡਾਂ ਦੇ ਵਿੱਚ ਫਸੇ ਹੋਏ ਹਾਂ, ਅਸੀਂ ਸੱਚ ਤੇ ਝੂਠ ਨੂੰ ਅਲੱਗ-ਅਲੱਗ ਕਰਕੇ ਨਹੀਂ ਜਾਣ ਸਕਦੇ। ਜੋ ਅੰਧ ਵਿਸ਼ਵਾਸੀ ਜੀਵ ਹੈ, ਜਿਸ ਦੇ ਮਨ ਦੇ ਵਿੱਚ ਅੰਧ ਵਿਸ਼ਵਾਸ ਹੈ, ਸਤਿਗੁਰ ਜੀ ਫਰਮਾਉਂਦੇ ਭਾਈ, ਉਹ ਸੱਚ ਦੀ ਪਰਖ ਨਹੀਂ ਜੇ ਕਰ ਸਕਦਾ। ਤੇ ਅੰਤ ਦੇ ਵਿੱਚ ਕੀ ਹੁੰਦਾ ਹੈ? ਸਤਿਗੁਰ ਜੀ ਫਰਮਾਉਂਦੇ ਨੇ ਭਾਈ, ਜੋ ਵਹਿਮਾਂ ਭਰਮਾਂ ਕਰਮ ਕਾਂਡਾਂ ਦੇ ਵਿੱਚ ਫਸੇ ਹੋਏ ਜੀਵ ਨੇ, ਇੱਕ ਦਿਨ ਐਸਾ ਆਉਂਦਾ ਹੈ ਕਿ ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਥੱਕ ਜਾਂਦੇ ਨੇ। ਫਿਰ ਉਹ ਸੱਚ ਦੀ ਖੋਜ ਤੇ ਨਿਕਲਦੇ ਨੇ। ਪਰ ਕਈ ਵਾਰ ਕੀ ਹੁੰਦਾ ਹੈ ਸਾਧ ਸੰਗਤ ਜੀ, ਕਿ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਅੱਜ ਸਾਨੂੰ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ, ਇਹ ਵਡਮੁੱਲਾ ਜੋ ਜੀਵਨ ਹੈ ਬਾਰ-ਬਾਰ ਨਹੀਂ ਜੀ ਮਿਲਦਾ। ਅਸੀਂ ਅਡੰਬਰਾਂ ਪਖੰਡਾਂ ਕਰਮ ਕਾਂਡਾਂ ਦੇ ਵਿੱਚ ਪੈ ਕੇ ਇਹ ਜੋ ਵਡਮੁੱਲਾ ਜੀਵਨ ਹੈ, ਇਸ ਨੂੰ ਬਰਬਾਦ ਨਾ ਜੇ ਕਰੀਏ। ਅਬ ਮੈਂ ਹਾਰਿਓ ਰਹਿ ਭਾਈ, ਥਕਤ ਭਇਓ ਸਭ ਹਾਲ ਚਾਲਤੈ, ਲੋਕਨ ਬੇਦ ਬੜਾਈ। ਸਤਿਗੁਰ ਜੀ ਫਰਮਾਨਾ ਕਰਦੇ ਨੇ ਕਿ ਹੇ ਭਾਈ, ਪਰਮਾਤਮਾ ਦੇ ਨਾਮ ਤੋਂ ਬਿਨਾਂ ਮੈਂ ਹਾਰ ਗਿਆ ਹਾਂ। ਸੰਸਾਰੀ ਲੋਕ ਵੇਦਾਂ ਸ਼ਾਸਤਰਾਂ ਨੂੰ ਮਹੱਤਵ ਦਿੰਦੇ ਨੇ। ਇਸ ਹਾਲ ਤੋਂ ਥੱਕ ਕੇ ਮੈਂ ਪ੍ਰਭੂ ਦਾ ਨਾਮ ਜਪ ਕੇ ਉਸ ਦਾ ਹੀ ਰੂਪ ਹੋ ਗਿਆ ਹਾਂ। ਸਾਧ ਸੰਗਤ ਜੀ, ਸਤਿਗੁਰ ਜੀ ਫਰਮਾਉਂਦੇ ਨੇ ਕਿ ਭਾਈ, ਜੋ ਸੰਸਾਰ ਦੇ ਜੀਵ ਨੇ, ਉਹ ਵੇਦਾਂ ਸ਼ਾਸਤਰਾਂ ਦੇ ਅਨੁਸਾਰ ਕਰਮ ਕਾਂਡ ਕਰਦੇ ਨੇ। ਪਰ ਸਤਿਗੁਰ ਜੀ ਫਰਮਾਉਂਦੇ ਨੇ, ਚਾਰੋਂ ਵੇਦ ਕੀਆ ਖੰਡੋ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਇਹਨਾਂ ਦਾ ਖੰਡਨ ਕਰਦੇ ਨੇ ਕਿ ਭਾਈ, ਵੇਦਾਂ ਸ਼ਾਸਤਰਾਂ ਦੇ ਵਿੱਚ ਬੜੇ ਕਰਮ ਕਾਂਡ ਲਿਖੇ ਹੋਏ ਨੇ, ਬੜੇ ਕਰਮ ਮਿੱਥੇ ਗਏ ਨੇ। ਪਰ ਪ੍ਰਮਾਤਮਾ ਜੀ ਦੀ ਜੋ ਪ੍ਰਾਪਤੀ ਹੈ ਸਾਧ ਸੰਗਤ ਜੀ, ਸਤਿਗੁਰੂ ਜੀ ਫਰਮਾਉਂਦੇ ਭਾਈ, ਉਹ ਸ਼ਬਦ ਨਾਲ ਜੁੜ ਕੇ ਹੀ ਹੋਣੀ ਹੈ। ਜਦੋਂ ਤੱਕ ਸਾਨੂੰ ਪੂਰਾ ਗੁਰੂ ਨਹੀਂ ਜੀ ਮਿਲਦਾ, ਤੇ ਅਸੀਂ ਉਸ ਗੁਰੂ ਦੇ ਦਿਖਾਏ ਮਾਰਗ ਤੇ ਨਹੀਂ ਜੇ ਚੱਲਦੇ, ਇਸ ਜੀਵਾ ਦੇ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦੇ, ਸੱਚ ਦੀ ਕਮਾਈਆਂ ਨਹੀਂ ਜੇ ਕਰਦੇ, ਇਹ ਸਾਡੇ ਸ਼ਾਸਤਰ ਪੜ੍ਹੇ ਹੋਏ ਵੀ ਕਿਸੇ ਕੰਮ ਨਹੀਂ ਜੇ ਆਉਣੇ। ਇਸ ਲਈ ਸਤਿਗੁਰੂ ਜੀ ਸਾਨੂੰ ਅੱਜ ਰਸਤਾ ਦਿਖਾ ਰਹੇ ਨੇ ਕਿ ਭਾਈ, ਗੁਰਾਂ ਤੋਂ ਗੁਰਮੰਤਰ ਲਓ, ਉਸ ਗੁਰਮੰਤਰ ਦੀ ਕਮਾਈ ਕਰੋ। ਹੱਥਾਂ ਨਾਲ ਕਿਰਤ ਕਮਾਈਆਂ ਕਰਦੇ, ਬੈਠਦੇ ਉੱਠਦੇ, ਜਦੋਂ ਵੀ ਯਾਦ ਆ ਜਾਵੇ ਸਾਧ ਸੰਗਤ ਜੀ, ਉਸ ਪ੍ਰਮਾਤਮਾ ਦਾ ਸਿਮਰਨ ਕਰੀਏ। ਤੇ ਇੱਕ ਦਿਨ ਐਸਾ ਆਵੇਗਾ ਕਿ ਉਹ ਸਿਮਰਨ ਆਪਣੇ ਆਪ ਹੀ ਜੀਵਾਂ ਦੇ ਉੱਪਰ ਚੱਲਦਾ ਰਹਿੰਦਾ ਆ। ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ, ਜਿੰਨੇ ਵੀ ਕਰਮ ਕਾਂਡ ਅਸੀਂ ਕਰ ਲਈਏ, ਵਹਿਮਾਂ ਭਰਮਾਂ ਨੂੰ ਅਸੀਂ ਅਪਣਾ ਲਈਏ, ਸਾਧ ਸੰਗਤ ਜੀ ਸਾਨੂੰ ਸੱਚ ਦੀ ਪ੍ਰਾਪਤੀ ਉਦੋਂ ਤੱਕ ਨਹੀਂ ਜੀ ਹੋਣੀ ਜਦੋਂ ਤੱਕ ਅਸੀਂ ਉਸ ਪ੍ਰਮਾਤਮਾ ਦਾ ਸਿਮਰਨ ਨਹੀਂ ਜੇ ਕਰਦੇ, ਸੱਚ ਦੇ ਰਾਹ ਤੇ ਨਹੀਂ ਜੇ ਚੱਲਦੇ। ਥਕਤ ਭਇਓ ਗਾਇਨ ਔਰ ਨਾਚਨ, ਥਾਕੀ ਸੇਵਾ ਪੂਜਾ, ਕਾਮ ਕ੍ਰੋਧ ਤੇ ਦੇ ਥਕਤ ਪਈ, ਕਹੂੰ ਕਹਾਂ ਲੋ ਦੂਜਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ, ਜਦੋਂ ਮਨ ਦੇ ਵਿੱਚ, ਇਸ ਦਿਲ ਦੇ ਵਿੱਚ ਸੱਚਾ ਪਿਆਰ ਨਾ ਹੋਵੇ, ਫਿਰ ਗਾਉਣਾ, ਨੱਚਣਾ ਅਤੇ ਬਾਰੀ ਪੂਜਾ, ਤੇ ਜਿੰਨੀ ਮਰਜ਼ੀ ਜੀਵ ਸੇਵਾ ਕਰ ਲਵੇ, ਇਸ ਦਾ ਕੋਈ ਸਾਧ ਸੰਗਤ ਜੀ ਪ੍ਰਣਾਮ ਨਹੀਂ ਜੇ ਨਿਕਲਦਾ, ਜਦੋਂ ਤੱਕ ਇਸ ਦਿਲ ਦੇ ਵਿੱਚ, ਇਸ ਮਨ ਦੇ ਵਿੱਚ ਗੁਰਾਂ ਦੇ ਪ੍ਰਤੀ ਪ੍ਰੀਤ ਹੀ ਨਹੀਂ ਹੈ। ਤੇ ਜਿਸ ਜੀਵ ਦੇ ਅੰਦਰ ਸ਼ਰਧਾ ਨਹੀਂ ਹੈ ਸਾਧ ਸੰਗਤ ਜੀ, ਜਿਸ ਜੀਵ ਦੇ ਅੰਦਰ ਆਪਣੇ ਗੁਰੂ ਦੇ ਪ੍ਰਤੀ ਪਿਆਰ ਸਤਿਕਾਰ ਨਹੀਂ ਹੈ, ਉਹ ਕੀਤੀ ਹੋਈ ਜੋ ਸੇਵਾ ਵਿਅਰਥ ਚਲੀ ਜਾਂਦੀ ਹੈ, ਕਿਉਂਕਿ ਉਹ ਸੇਵਾ ਦਿਖਾਵੇ ਦੀ ਹੈ।
कि मैं गुरां दी इन्नी सेवा करदा हाँ, मेरा जग दे विच नाम होवे। ते सतगुरु जी फरमांदे ने, भाई जदों मन दे विच मैं होवे ना, जब हम होते तब तू नाई, अब तू ही मैं नाई, उदों तक जो कीती हुई सेवा वो बेकार चली जाती है साध संगत जी। क्योंकि हंकार एक इहो जी चीज है साध संगत जी, वड्डे वड्डे राजे महाराजा का नाश कर दिंदी है, वड्डे वड्डे साधुआं दा इसने जीवन जो बर्बाद किया, तबाह किया है। ते इस लई सतगुरु जी फरमांदे ने कि भाई जदों तक साडे मन दे विच प्यार प्रीत नहीं जे पैदा हुंदी, जदों तक साडे मन दे विच मैं है, उदों तक सानू सच की प्राप्ति हो ही नहीं जे सकती। जब हम होते तब तू नाई, अब तू ही मैं नाई, थकत पयो गायन और नाचन, थाकी सेवा पूजा, काम क्रोध दे थकत पई, कहूं कहां लो दूजा। कि दसो जेही हालत विच इन्ना कर्म कांडा नाल जी परमात्मा नाल किवें जुड़ेगा? भाव नहीं जे जुड़ सकता। कि भाई जिन्ना मर्जी असीं नच गा लईए, देखिए ना साध संगत जी, कई सत्संग दे विच बहुत सारे जीव ने जो बहुत नचदे ने, पर अगले दिन उही जीव सानू कर्मकांड करते नजर आते ने, क्योंकि गुरां दे प्रति प्यार ही नहीं ने। बहुत सारे जीव ने जो धार्मिक समागमां दे विच सानू नचदे नजर आउणगे, अगले दिन वो नशे दा सेवन करते ने, क्योंकि गुरां दे प्रति प्यार नहीं है। ते जिस जीव का सतगुरु जी फरमांदे अपने गुरां दे प्रति प्यार है, सत्कार है, जो वो सत्संग दे विच सुन के आया है साध संगत जी, उस ते अमल जरूर करेगा। ते जो जीव सत्संग दे विच सुन के उस ते अमल करदा है, सतगुरु जी फरमांदे भाई उस दे भाग जागदे ने। सत्संग दे विच सुन के घर आके फिर उसे तरह दे वहमां भरमां अडंबरा नशियां दे विच पै जाना, सतगुरु जी फरमांदे भाई कोई लाभ नहीं जी हुंदा। इस लई सतगुरु जी सानू सत्संग दे नाल जुड़न दा पावन पवित्र उपदेश बख्शिश करदे ने। सत्संगत मिल रही है माधो, कि भाई सच नाल जुड़ो, सत दी संगत करो, सत्संग दे विच जाओ, पर जो सत्संग दे विच असीं सुणदे उस ते अमल भी करिए। राम जन हो ना भगत कहाऊं, चरण पखारू ना देवा, जोई जोई करूं उल्ट मोहे बांदे, ताते निकट ना पेवा। सतगुरु जी समझाना करते ने कि भाई मैं परमात्मा दा दास हां, ना तो मैं किसी देवी नूं मनदा हां ते ना मैं किसी देवता नूं मनदा हां। मैं ना तो किसी देवते दा भगत कहाउंदा हां, ना किसी देवते दे चरण धोंदा हां। राम जन हो ना भगत कहाऊं, चरण पखारू ना देवा, तोड़ू ना पाती पूजू ना देवा। सतगुरु रविदास महाराज जी समझा रहे ने, जोई जोई करो उल्ट मोहे बांधे, ताते निकट ना पेवा। कि भाई परमात्मा दे नाम तो बगैर मैं जो कुछ भी करदा हां, उल्टा उस नाल मैं माया दे जाल विच बन्निया जांदा हां, क्योंकि इन्हां डंबरां नाल प्रभु दे भेद नूं नहीं जी पाया जा सकदा। साध संगत जी सतगुरु जी सानू समझाना करते हैं कि भाई जे भगती करनी है तो अपने अंदर बैठे परमात्मा दी करनी है। वो सारी दुनिया का मालक जो साडे अंदर बैठा आ, सतगुरु जी फरमांदे भाई मैं किसी देवी देवता दी पूजा नहीं जे करदा, मैं किसी देवी देवता दे चरण धो के नहीं जे पींदा, मैं तो उस परम पिता परमात्मा दे नाल जुड़िया होया हाँ, उसकी पूजा करदा हाँ जो हर इंसान दे अंदर बैठा है। सब में हर है, हर में सब है, हर अपनो जिन जाना। मैं उस परमात्मा की पूजा करदा हाँ साध संगत जी, जो जन्म मरण तो रहत है, जिसने संसार रचिया, जो हर जीव दे अंदर बैठा है, जो किसी एक स्थान दे नाल नहीं जे जुड़िया होया, ते हर इंसान दे अंदर बैठा है। सब गोबिंद है, सब गोबिंद है, गोबिंद बिन नहीं कोई। राम जन हो ना भगत कहाऊं, चरण पखारू ना देवा, जोई जोई करूं उल्ट मोहे बांधे, ताते निकट ना पेवा। कि भाई मैं किसी देवी देवता दे चरण नहीं जे धोंदा, किसी दी पूजा नहीं जे करदा, मैं तो उस परम पिता परमात्मा दी पूजा करदा हां जिसने संसार रचाया। साध संगत जी जिस तो वड्डा कोई नहीं है। पहले ज्ञान का किया चांदना, पीछे दिया बुझाई, सुन सहज मैं दो त्यागे, राम कहूँ ना खुदाई।
ਸਤਿਗੁਰ ਜੀ ਫਰਮਾਉਂਦੇ ਨੇ ਕਿ ਭਾਈ ਜਿਵੇਂ ਜਿਵੇਂ ਮੈਂ ਅਡੰਬਰ ਪਖੰਡ ਕਰਦਾ ਹਾਂ ਨਾ, ਸਾਧ ਸੰਗਤ ਜੀ ਸੱਚ ਹੈ, ਜੋ ਜੀਵ ਅਡੰਬਰ ਪਖੰਡਾਂ ਦੇ ਵਿੱਚ ਫਸ ਜਾਂਦਾ ਹੈ ਇਹ ਉਸ ਨੂੰ ਹੀ ਫਸਾ ਲੈਂਦੇ ਨੇ, ਉਸ ਨੂੰ ਸੱਚ ਦੇ ਮਾਰਗ ਤੋਂ ਦੂਰ ਲੈ ਜਾਂਦੇ ਨੇ। ਸਤਿਗੁਰ ਜੀ ਸਾਨੂੰ ਸਮਝਾ ਰਹੇ ਨੇ, ਜੋ ਜਿਉ ਕਰੋ ਉਲਟ ਮੋਹਿ ਬਾਂਦੇ ਤਾਤੇ ਨਿਕਟ ਨਾ ਭੇਵਾ, ਕਿ ਭਾਈ ਜਿਵੇਂ ਜਿਵੇਂ ਅਸੀਂ ਅਡੰਬਰਾਂ ਪਖੰਡਾਂ ਦੇ ਵਿੱਚ ਫਸਦੇ ਜਾਂਦੇ ਹਾਂ, ਕਰਮ ਕਾਂਡਾਂ ਦੇ ਵਿੱਚ, ਉਵੇਂ ਉਵੇਂ ਅਸੀਂ ਆਪਣੇ ਅੰਦਰ ਬੈਠੇ ਪ੍ਰਮਾਤਮਾ ਤੋਂ ਦੂਰ ਹੁੰਦੇ ਰਹਿੰਦੇ ਹਾਂ। ਤੇ ਸਤਿਗੁਰ ਜੀ ਦਾ ਫਰਮਾਨ ਹੈ, ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ, ਤੇ ਨਰ ਦੋ ਜਗ ਜਾਏਂਗੇ ਸਤ ਭਾਖੈ ਰਵਿਦਾਸ, ਕਿ ਭਾਈ ਜੋ ਆਪਣੇ ਅੰਦਰ ਬੈਠੇ ਪ੍ਰਮਾਤਮਾ ਨੂੰ ਛੱਡ ਕੇ, ਜੋ ਸਾਡੇ ਸਰੀਰ ਦੇ ਅੰਦਰ ਬੈਠਾ ਸਾਧ ਸੰਗਤ ਜੀ, ਉਸ ਪਰਮਪਿਤਾ ਪ੍ਰਮਾਤਮਾ ਨੂੰ ਛੱਡ ਕੇ ਜਦੋਂ ਅਸੀਂ ਇੱਧਰ ਉੱਧਰ ਭਟਕਦੇ ਹਾਂ, ਸਤਿਗੁਰ ਜੀ ਫਰਮਾਉਂਦੇ ਭਾਈ ਐਸੇ ਜੀਵ ਨਰਕਾਂ ਦੇ ਭਾਗੀ ਬਣਦੇ ਨੇ। ਸਤਿਗੁਰ ਪੀਪਾ ਮਹਾਰਾਜ ਜੀ ਫਰਮਾਉਂਦੇ ਨੇ, ਜੋ ਬ੍ਰਹਮੰਡ ਹੈ ਸੋਈ ਪਿੰਡ ਹੈ, ਜੋ ਖੋਜੇ ਸੋ ਪਾਵੈ, ਕਿ ਭਾਈ ਜੋ ਪ੍ਰਮਾਤਮਾ ਬ੍ਰਹਮੰਡ ਦੇ ਵਿੱਚ ਹੈ ਉਹੀ ਪ੍ਰਮਾਤਮਾ ਸਾਡੇ ਸਰੀਰ ਦੇ ਵਿੱਚ ਹੈ। ਪਰ ਸਾਧ ਸੰਗਤ ਜੀ ਮਿਲਦਾ ਉਸ ਨੂੰ ਹੀ ਹੈ ਜੋ ਗੁਰਾਂ ਦੇ ਦਿਖਾਏ ਮਾਰਗ ਤੇ ਚੱਲਦਾ ਹੈ, ਜੋ ਹੱਥਾਂ ਨਾਲ ਕਿਰਤ ਕਮਾਈਆਂ ਕਰਦਾ ਕਰਦਾ ਜੀਵਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ। ਪਹਿਲੇ ਗਿਆਨ ਕਾ ਕੀਆ ਚਾਂਦਨਾ, ਪਿੱਛੇ ਦਿਆ ਬੁਝਾਈ। ਸਤਿਗੁਰ ਜੀ ਫਰਮਾਉਂਦੇ ਨੇ ਕਿ ਭਾਈ ਪਹਿਲੇ ਗਿਆਨ ਦਾ ਪ੍ਰਕਾਸ਼ ਹੋਣ ਨਾਲ ਜੋ ਅਗਿਆਨਤਾ ਰੂਪੀ ਦੀਵਾ ਆ ਉਹ ਬੁਝ ਗਿਆ। ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਪਵਨ ਸਗਲਾਰੇ, ਕਿ ਭਾਈ ਜਿਸ ਜੀਵ ਦੇ ਅੰਦਰ ਗਿਆਨ ਦਾ ਦੀਵਾ ਜਗ ਪੈਂਦਾ ਹੈ, ਗਿਆਨ ਦੀ ਜੋਤ ਜਗ ਪੈਂਦੀ ਹੈ, ਸਾਧ ਸੰਗਤ ਜੀ ਉਸ ਦੇ ਅੰਦਰ ਜੋ ਜਨਮਾਂ ਜਨਮਾਂਤਰਾਂ ਦਾ ਜੋ ਅਗਿਆਨਤਾ ਦਾ ਹਨੇਰਾ ਆ ਉਹ ਦੂਰ ਹੋ ਜਾਂਦਾ ਜਦੋਂ ਗੁਰੂਆਂ ਦੇ ਗਿਆਨ ਦੀ, ਉਸ ਪ੍ਰਮਾਤਮਾ ਦੇ ਗਿਆਨ ਦੀ ਜੋਤ ਜਗਦੀ ਹੈ। ਸਤਿਗੁਰ ਜੀ ਕੋਈ ਦੁਨਿਆਵੀ ਜੋਤਾਂ ਦੀ ਗੱਲ ਨਹੀਂ ਜੇ ਕਰਦੇ। ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਪਵਨ ਸਗਲਾਰੇ। ਤੇ ਫਿਰ ਪਰਮ ਅਵਸਥਾ ਦੇ ਵਿੱਚ ਪਹੁੰਚ ਕੇ ਗਿਆਨ ਅਤੇ ਗਿਆਨ ਦੋਨੇ ਖਤਮ ਹੋ ਜਾਂਦੇ ਨੇ। ਸਾਧ ਸੰਗਤ ਜੀ ਪਹਿਲੇ ਗਿਆਨ ਕਾ ਕੀਆ ਚਾਂਦਨਾ, ਪਿੱਛੇ ਦਿਆ ਬੁਝਾਈ, ਕਿ ਭਾਈ ਜਦੋਂ ਇਨਸਾਨ ਪਰਮ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ, ਨਾ ਉੱਥੇ ਗਿਆਨ ਰਹਿੰਦਾ ਹੈ ਨਾ ਗਿਆਨਤਾ, ਤੇ ਤੁਰਿਆ ਅਵਸਥਾ ਦੇ ਵਿੱਚ ਪਹੁੰਚਣ ਨਾਲ ਨਾ ਰਾਮ ਤੇ ਨਾ ਰਹੀਮ ਕਹਿਣ ਦੀ ਲੋੜ ਪੈਂਦੀ ਹੈ। ਭਾਵ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਉਸ ਅਵਸਥਾ ਦੇ ਵਿੱਚ ਜੀਵ ਪਹੁੰਚ ਜਾਂਦਾ ਹੈ ਜਿੱਥੇ ਪ੍ਰਮਾਤਮਾ ਤੇ ਜੀਵ ਦੇ ਵਿੱਚ ਕੋਈ ਭੇਦ ਨਹੀਂ ਜੇ ਰਹਿੰਦਾ। ਸੁਨ ਸਹਿਜ ਮੈਂ ਦਉ ਤਿਆਗੈ, ਰਾਮ ਕਹੂੰ ਨਾ ਖੁਦਾਈ। ਫਿਰ ਭਾਈ ਉੱਥੇ ਨਾ ਰਾਮ ਕਹਿਣ ਦੀ ਲੋੜ ਪੈਂਦੀ ਹੈ, ਨਾ ਉੱਥੇ ਰਹੀਮ ਕਹਿਣ ਦੀ ਲੋੜ ਪੈਂਦੀ ਹੈ, ਕਿਉਂਕਿ ਉਸ ਅਵਸਥਾ ਦੇ ਵਿੱਚ ਪਹੁੰਚ ਕੇ ਸਾਧ ਸੰਗਤ ਜੀ ਸਤਿਗੁਰ ਜੀ ਫਰਮਾਉਂਦੇ ਨੇ, ਭਾਈ ਤੇਰ ਮੇਰ ਦੀ ਜੋ ਭਾਵਨਾ ਹੈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਉਹ ਸਭ ਭੇਦ ਖਤਮ ਹੋ ਜਾਂਦਾ ਹੈ। ਦੂਰ ਬਸੈ ਖਟ ਕਰਮ ਸਕਲ ਔਰ, ਦੂਰਿਓ ਕੀਨੈ ਸਿਉ, ਗਿਆਨ ਧਿਆਨ ਦਉ ਦੂਰ ਕੀਨੈ, ਦੂਰਿਓ ਛਾੜੈ ਤਿਉ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਕਿ ਭਾਈ ਸ਼ਾਸਤਰਾਂ ਅਨੁਸਾਰ 6 ਕਰਮਾਂ ਨੂੰ ਵੀ ਤਿਆਗ ਦਿੱਤਾ ਹੈ, ਅਤੇ ਸ਼ਿਵਾ ਦੀ ਭਗਤੀ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ। ਸਹਿਜ ਅਵਸਥਾ ਦੇ ਵਿੱਚ ਪਹੁੰਚ ਕੇ ਮੈਂ ਐਸੇ ਗਿਆਨ ਧਿਆਨ ਆਦਿ ਤੋਂ ਮੁਕਤ ਹੋ ਗਿਆ ਹਾਂ। ਦੂਰ ਬਸੈ ਖਟ ਕਰਮ ਸਕਲ ਔਰ, ਦੂਰਿਓ ਕਿਨੈ ਸਿਉ, ਗਿਆਨ ਧਿਆਨ ਦਉ ਦੂਰ ਕਿਨੈ, ਦੂਰਿਓ ਛਾੜੈ ਤਿਉ। ਕਿ ਭਾਈ ਜਿਹੜੇ ਵੀ ਸ਼ਾਸਤਰਾਂ ਦੇ ਅਨੁਸਾਰ ਕਰਮ ਕਾਂਡ ਨੇ, ਮੈਂ ਕੋਈ ਕਰਮ ਕਾਂਡ ਨਹੀਂ ਜੇ ਕਰਦਾ। ਤੇ ਸਾਧ ਸੰਗਤ ਜੀ ਸਤਿਗੁਰਾਂ ਨੇ ਸਾਨੂੰ ਵੀ ਬੜਾ ਸਿੱਧਾ ਸਾਦਾ ਰਸਤਾ ਦਿਖਾਇਆ ਹੈ। ਜੀਬਾ ਸੋ ਓੰਕਾਰ ਜਪ, ਹੱਥਨ ਸੋ ਕਰਕਾਰ, ਰਾਮ ਮਿਲੇ ਘਰ ਆਏ ਕਰ ਕਹਿ ਰਵਿਦਾਸ ਵਿਚਾਰ। ਕਿ ਭਾਈ ਹੱਥਾਂ ਨਾਲ ਕਿਰਤ ਕਮਾਈਆਂ ਕਰੋ, ਸੰਸਾਰ ਦੇ ਵਿੱਚ ਆਪਣੀ ਜ਼ਿੰਮੇਵਾਰੀਆਂ ਨਿਭਾਓ ਪਰਿਵਾਰ ਦੇ ਵਿੱਚ, ਤੇ ਜੀਬਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰਦੇ ਰਹੋ, ਸੱਚ ਦੇ ਮਾਰਗ ਤੇ ਚੱਲਦੇ ਰਹੋ। ਸਾਰੀ ਦੁਨੀਆ ਦਾ ਮਾਲਕ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਣਾ ਹੈ। ਪੰਚੋ ਥਕਤ ਪਇਓ ਹੈ, ਜਹਾਂ ਤਹਾਂ ਥਿਤ ਪਾਈ, ਜਾ ਕਾਰਨ ਮੈਂ ਦੋਰਿਓ ਫਿਰਤੋ, ਸੋ ਅਬ ਘਟ ਮੈਂ ਪਾਈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਗੇ ਸਮਝਾਉਣਾ ਕਰਦੇ ਨੇ ਕਿ ਭਾਈ ਪੰਜਾਂ ਵਿਕਾਰਾਂ ਨੂੰ ਨਾਸ਼ ਕਰਕੇ ਮੈਂ ਸਥਿਰ ਸਹਿਜ ਅਵਸਥਾ ਦੇ ਵਿੱਚ ਸਥਾਨ ਪ੍ਰਾਪਤ ਕਰ ਲਿਆ ਹੈ। ਜਿਸ ਪ੍ਰਮਾਤਮਾ ਦੀ ਪ੍ਰਾਪਤੀ ਲਈ ਮੈਂ ਇੱਧਰ ਉੱਧਰ ਦੌੜਿਆ ਫਿਰਦਾ ਸੀ, ਉਸ ਦੀ ਪ੍ਰਾਪਤੀ ਆਪਣੇ ਸਰੀਰ ਵਿੱਚੋਂ ਹੀ ਕਰ ਲਈ। ਤੇ ਸਾਧ ਸੰਗਤ ਜੀ ਇਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ
ਕਿ ਭਾਈ ਉਹ ਸਾਰੀ ਦੁਨੀਆ ਦਾ ਮਾਲਕ ਤੇਰੇ ਅੰਦਰ ਬੈਠਾ ਆ ਤੇ ਤੂੰ ਉਸ ਨੂੰ ਇੱਧਰ ਉੱਧਰ ਧਾਰਮਿਕ ਸਥਾਨਾਂ ਤੇ, ਤੀਰਥ ਸਥਾਨਾਂ ਤੇ, ਜੰਗਲਾਂ ਪਹਾੜਾਂ ਦੇ ਵਿੱਚ ਲੱਭਦਾ ਫਿਰਦਾ ਹੈ। ਤੇਰਾ ਘਟਮੈ ਸਿਰਜਣਹਾਰ, ਕਸਤੂਰੀ ਮਿਰਗ ਪਾਸ ਹੈ, ਢੂੰਡਤ ਘਾਸ ਫਿਰੈ। ਤੇ ਇਸ ਲਈ ਸਤਿਗੁਰ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਹਿਰਨ ਵਾਂਗੂ ਅਸੀਂ ਨਹੀਂ ਜੇ ਬਣਨਾ। ਜਿਸ ਦੇ ਅੰਦਰੋਂ ਕਸਤੂਰੀ ਦੀ ਖੁਸ਼ਬੂ ਆਉਂਦੀ ਹੈ, ਉਸ ਖੁਸ਼ਬੂ ਨੂੰ ਇੱਧਰ ਉੱਧਰ ਲੱਭਦਾ, ਕਿਉਂਕਿ ਉਸ ਨੂੰ ਨਹੀਂ ਜੇ ਪਤਾ ਹੁੰਦਾ ਹਿਰਨ ਨੂੰ ਕਿ ਮੇਰੇ ਅੰਦਰੋਂ ਖੁਸ਼ਬੂ ਆ ਰਹੀ ਹੈ। ਇਸ ਲਈ ਉਸ ਖੁਸ਼ਬੂ ਨੂੰ ਜੰਗਲਾਂ ਪਹਾੜਾਂ ਦੇ ਵਿੱਚ ਲੱਭਦਾ ਫਿਰਦਾ, ਭਾਈ ਖੁਸ਼ਬੂ ਇੱਧਰੋਂ ਆ ਰਹੀ ਹੈ, ਕਦੇ ਸੋਚਦਾ ਉੱਧਰੋਂ ਆ ਰਹੀ ਹੈ, ਪਰ ਉਸ ਨੂੰ ਇਹ ਨਹੀਂ ਜੇ ਪਤਾ ਹੁੰਦਾ ਖੁਸ਼ਬੂ ਉਸ ਦੇ ਅੰਦਰੋਂ ਆ ਰਹੀ ਹੈ, ਕਸਤੂਰੀ ਦੀ ਖੁਸ਼ਬੂ। ਤੇ ਜੀਵ ਦੀ ਹਾਲਤ ਵੀ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਭਾਈ ਐਸੇ ਤਰ੍ਹਾਂ ਹੈ, ਉਹ ਸਾਰੀ ਦੁਨੀਆ ਦਾ ਮਾਲਕ ਉਸ ਦੇ ਅੰਦਰ ਬੈਠਾ ਆ ਤੇ ਉਸ ਮਾਲਕ ਨੂੰ ਉਹ ਇੱਧਰ ਉੱਧਰ ਲੱਭਦਾ ਫਿਰਦਾ ਹੈ। ਇਸ ਲਈ ਸਤਿਗੁਰ ਪੀਪਾ ਮਹਾਰਾਜ ਜੀ ਵੀ ਸਾਨੂੰ ਇਹ ਸਮਝਾ ਰਹੇ ਨੇ ਭਾਈ ਜੋ ਬ੍ਰਹਮੰਡ ਹੈ ਸੋਈ ਪਿੰਡ ਹੈ, ਜੋ ਖੋਜੇ ਸੋ ਪਾਵੇ। ਕਿ ਭਾਈ ਜੋ ਪਰਮ ਪਿਤਾ ਪ੍ਰਮਾਤਮਾ ਬ੍ਰਹਮੰਡ ਦੇ ਵਿੱਚ ਹੈ, ਉਹੀ ਪਰਮ ਪਿਤਾ ਪ੍ਰਮਾਤਮਾ ਸਾਡੇ ਸਰੀਰ ਦੇ ਵਿੱਚ ਹੈ, ਪਰ ਮਿਲਦਾ ਉਸ ਨੂੰ ਹੀ ਹੈ ਸਾਧ ਸੰਗਤ ਜੀ ਜੋ ਆਪਣੇ ਗੁਰਾਂ ਦੇ ਦਿਖਾਏ ਮਾਰਗ ਤੇ ਚੱਲਦਾ ਹੈ। ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਚੋਂ ਨਿਕਲ ਕੇ ਜੋ ਗੁਰਾਂ ਨੇ ਸਾਨੂੰ ਰਸਤਾ ਦਿਖਾਇਆ ਹੈ, ਸੱਚ ਦਾ ਮਾਰਗ, ਹੱਥਾਂ ਨਾਲ ਕਿਰਤ ਕਮਾਈਆਂ ਕਰੋ, ਸੱਚ ਦੇ ਮਾਰਗ ਤੇ ਚੱਲੀਏ, ਜੀਵਾਂ ਨਾਲ ਉਸ ਪਰਮਾਤਮਾ ਦਾ ਸਿਮਰਨ ਕਰੀਏ, ਉਹ ਸਾਰੀ ਦੁਨੀਆ ਦਾ ਮਾਲਕ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਵੇਗਾ। ਸਭ ਕੁਝ ਘਰ ਮੈਂ ਬਾਹਰ ਨਾਹੀ, ਬਾਹਰ ਢੋਲੇ ਸੋ ਪਰਮ ਭਲਾਈ। ਜੈ ਕਾਰਨ ਤਟ ਤੀਰਥ ਜਾਈ, ਰਤਨ ਪਦਾਰਥ ਘਟ ਹੀ ਮਾਈ। ਤੇ ਸਤਿਗੁਰ ਜੀ ਸਾਨੂੰ ਸਮਝਾਣਾ ਕਰ ਰਹੇ ਨੇ, ਦੂਰ ਬਸੈ ਕਟ ਕਰਮ ਸਕਲ ਔਰ ਦੂਰਿਓ ਕੀਨੈ ਸਿਉ, ਗਿਆਨ ਧਿਆਨ ਦਉ ਦੂਰ ਕੀਨੈ, ਦੂਰਿਓ ਛਾੜੈ ਤਿਉ। ਪੰਚੋ ਤਖਤ ਪਇਓ ਹੈ ਜਹਾਂ ਤਹਾਂ, ਜਹਾਂ ਤਹਾਂ ਥਿਤ ਪਾਈ, ਜਾ ਕਾਰਨ ਮੈਂ ਦੋਰਿਓ ਫਿਰਤੋ, ਸੋ ਅਬ ਘਟ ਮੈਂ ਪਾਈ। ਕਿ ਭਾਈ ਜਿਸ ਪ੍ਰਮਾਤਮਾ ਦੀ ਪ੍ਰਾਪਤੀ ਲਈ ਜੀਵ ਦਿਨ ਰਾਤ ਇੱਧਰ ਉੱਧਰ ਭਟਕਦਾ ਹੈ, ਭੱਜਾ ਫਿਰਦਾ ਹੈ, ਉਸ ਦੀ ਪ੍ਰਾਪਤੀ ਤਾਂ ਉਸ ਨੂੰ ਸਰੀਰ ਦੇ ਵਿੱਚੋਂ ਹੀ ਹੋਣੀ ਹੈ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨੁਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਪਜ ਹਰ ਕੀ ਸੇਵ। ਦੁਲਭ ਜਨਮ ਪੁਨ ਫਲ ਪਾਇਓ, ਬਿਰਥਾ ਜਾਤਕ ਦੇਖੇ। ਕਿ ਸਾਧ ਸੰਗਤ ਜੀ ਜੋ ਸਾਨੂੰ ਸਰੀਰ ਮਿਲਿਆ ਹੈ ਨਾ, ਇਹ ਸਾਨੂੰ ਐਵੇਂ ਨਹੀਂ ਜੇ ਮਿਲਿਆ, ਉਸ ਪਰਮ ਪਿਤਾ ਪ੍ਰਮਾਤਮਾ ਦੀ ਕਿਰਪਾ ਹੋਈ ਹੈ, ਫਿਰ ਸਾਨੂੰ ਜਾ ਕੇ ਮਨੁੱਖਾ ਸਰੀਰ ਮਿਲਿਆ ਹੈ। ਤੇ ਸਤਿਗੁਰ ਜੀ ਫਰਮਾਉਂਦੇ ਭਾਈ ਇਹ ਮਨੁੱਖਾ ਸਰੀਰ ਅਸੀਂ ਸੱਚ ਦੇ ਮਾਰਗ ਤੇ ਤੋਰ ਕੇ ਇਸ ਸਰੀਰ ਦਾ ਇਸਤੇਮਾਲ ਕਰੀਏ। ਨਹੀਂ ਤਾਂ ਬਹੁਤੇ ਜੀਵ ਨੇ ਸਾਧ ਸੰਗਤ ਜੀ ਜੋ ਨਸ਼ਿਆਂ ਦੇ ਵਿੱਚ ਪੈ ਕੇ, ਮੈਂ ਮੇਰੀ ਦੇ ਹੰਕਾਰ ਦੇ ਵਿੱਚ ਪੈ ਕੇ, ਬੇਈਮਾਨੀਆਂ ਦੇ ਵਿੱਚ ਪੈ ਕੇ, ਕਰਮ ਕਾਂਡਾ ਵਹਿਮਾਂ ਭਰਮਾਂ ਦੇ ਵਿੱਚ ਪੈ ਕੇ ਆਪਣੇ ਜੋ ਸਰੀਰ ਦਾ ਨਾਸ਼ ਕਰ ਰਹੇ ਨੇ। ਤੇ ਸਤਿਗੁਰ ਜੀ ਫਰਮਾਉਂਦੇ ਨੇ ਕਿ ਭਾਈ ਇਸ ਸਰੀਰ ਦੇ ਨਾਲ ਅਸੀਂ ਸੱਚ ਦੀ ਕਮਾਈ ਕਰਨੀ ਹੈ। ਪੰਚੋ ਮੇਰੀ ਸਖੀ ਸਹੇਲੀ, ਤਿੰਨ ਨਿਦ ਦਈ ਦਿਖਾਈ, ਅਬ ਮਨ ਫੂਲ ਪਿਓ ਜਗ ਮਹੀਆ, ਉਲਟੇ ਆਪ ਮੈਂ ਸਮਾਈ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਹੁਣ ਪੰਜੇ ਗਿਆਨ ਇੰਦਰੀਆਂ ਮੇਰੀਆਂ ਸਹੇਲੀਆਂ ਬਣ ਗਈਆਂ ਨੇ, ਅਤੇ ਇਹਨਾਂ ਪੰਜਾਂ ਨੂੰ ਪ੍ਰਮਾਤਮਾ ਵੱਲ ਲਗਾਉਣ ਕਰਕੇ ਅੰਦਰੋਂ ਹੀ ਪ੍ਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਮੈਂ ਪਾ ਲਿਆ ਹੈ। ਸਾਧ ਸੰਗਤ ਜੀ ਜੋ ਸਾਡੇ ਪੰਜ ਇੰਦਰੀਆਂ ਨੇ, ਹੁਣ ਉਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਹੁਣ ਜੀਵਾਂ ਨਾਲ ਕੀ ਬੋਲਦੇ ਹਾਂ। ਹੁਣ ਉਹੀ ਜ਼ਬਾਨ ਸਾਧੂ ਸੰਤਾਂ ਦੀ ਹੁੰਦੀ ਹੈ, ਉਹੀ ਜ਼ਬਾਨ ਸਾਡੀ ਹੈ, ਪਰ ਸਤਿਗੁਰ ਜੀ ਫਰਮਾਉਂਦੇ ਨੇ ਭਾਈ ਉਹੀ ਅੱਖਾਂ ਸਾਧੂ ਸੰਤਾਂ ਦੀਆਂ ਨੇ, ਉਹੀ ਅੱਖਾਂ ਸਾਡੀਆਂ ਨੇ। ਸਰੀਰ ਸਾਧੂ ਸੰਤਾਂ ਦਾ ਵੀ ਸਾਡੇ ਵਰਗਾ ਹੁੰਦਾ ਹੈ, ਤਾਂ ਫਰਕ ਕੀ ਰਹਿ ਜਾਂਦਾ ਸਾਧ ਸੰਗਤ? ਜਿਵੇਂ ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਕਬੀਰ ਸਾਹਿਬ, ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ, ਇੰਨੇ ਮਹਾਨ ਪੁਰਸ਼, ਸਰੀਰ ਤਾਂ ਉਹਨਾਂ ਦੇ ਵੀ ਸਾਡੇ ਵਰਗੇ ਹੋਏ ਨੇ, ਪਰ ਜੋ ਫਰਕ ਰਹਿ ਜਾਂਦਾ ਸਾਧ ਸੰਗਤ ਜੀ ਉਹ ਕਰਮ ਦਾ, ਕਿ ਉਹਨਾਂ ਗਿਆਨ ਇੰਦਰੀਆਂ ਦੇ ਨਾਲ ਅਸੀਂ ਕਿਹੜੇ ਕਿਹੜੇ ਕਰਮ ਕਰਦੇ ਹਾਂ, ਜੀਵਾਂ ਨਾਲ ਕੀ ਬੋਲਦੇ ਹਾਂ, ਅੱਖਾਂ ਨਾਲ ਕੀ ਦੇਖਦੇ ਹਾਂ ਸਾਧ ਸੰਗਤ ਜੀ, ਹੱਥਾਂ ਨਾਲ ਕੀ ਕਰਮ ਕਿਰਤ ਕਮਾਈਆਂ ਕਰਦੇ ਹਾਂ, ਤੇ ਇਸ ਮਨ ਦੇ ਨਾਲ ਕੀ ਸੋਚਦੇ ਹਾਂ, ਕੰਨਾਂ ਨਾਲ ਕੀ ਸੁਣਦੇ ਹਾਂ। ਇਹ ਉਹੀ ਜੀਵ ਹੈ ਸਾਧ ਸੰਗਤ ਜੀ, ਕੋਈ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਕੋਈ ਇਸ ਜੀਵਾਂ ਦੇ ਨਾਲ ਕਿਸੇ ਨੂੰ ਮਾੜੇ ਸ਼ਬਦ ਕਹਿੰਦਾ ਹੈ, ਕੋਈ ਕੰਨਾਂ ਦੇ ਨਾਲ ਉਸ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਸੁਣਦਾ ਹੈ, ਭਜਨ ਬੰਦਗੀ ਸੁਣਦਾ ਹੈ,
ਤੇ ਕੋਈ ਐਸੇ ਕੰਨਾਂ ਦੇ ਵਿੱਚ ਜੋ ਸਾਧ ਸੰਗਤ ਜੀ ਸਮਾਜ ਦੇ ਵਿੱਚ ਬੈਠ ਕੇ ਨਹੀਂ ਜੇ ਸੁਣੇ ਜਾ ਸਕਦੇ, ਐਸੇ ਗੀਤ ਸੁਣਦਾ ਹੈ। ਤੇ ਭਾਈ ਜੋ ਸੱਚ ਦੇ ਮਾਰਗ ਤੇ ਚੱਲਦਾ, ਸਤਿਗੁਰੂ ਜੀ ਫਰਮਾਉਂਦੇ ਨੇ, ਇਹ ਜੋ ਗਿਆਨ ਇੰਦਰੀਆਂ ਨੇ ਉਹ ਉਹਨਾਂ ਦੀ ਸਹੇਲੀਆਂ ਬਣ ਜਾਂਦੀਆਂ ਨੇ। ਫਿਰ ਉਹ ਜਿਵੇਂ ਚਾਹਵੇ ਗਿਆਨ ਇੰਦਰੀਆਂ ਚਲਾਉਂਦੀਆਂ। ਨਹੀਂ ਤਾਂ ਭਾਈ ਜੀਵਾਂ ਦੀ ਹਾਲਤ ਐਸੀ ਹੈ ਕਿ ਜੀਵ ਇਹਨਾਂ ਨੂੰ ਵਸ ਚ ਕਰ ਹੀ ਨਹੀਂ ਜੇ ਸਕਦਾ। ਇਸ ਲਈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਮਨ ਜੀਤੈ ਜਗ ਜੀਤ। ਕਿ ਭਾਈ ਜਿਸ ਨੇ ਮਨ ਤੇ ਕਾਬੂ ਪਾ ਲਿਆ, ਜਿਸ ਨੇ ਆਪਣੀ ਇੰਦਰੀਆਂ ਨੂੰ ਆਪਣੇ ਅਧੀਨ ਕਰ ਲਿਆ, ਸਮਝ ਲਓ ਉਸਨੇ ਜੱਗ ਜਿੱਤ ਲਿਆ। ਕਿਉਂਕਿ ਜਦੋਂ ਵੀ ਜੀਵ ਸੱਚ ਦੇ ਮਾਰਗ ਤੇ ਤੁਰਨ ਦੀ ਕੋਸ਼ਿਸ਼ ਕਰਦਾ, ਸਾਧ ਸੰਗਤ ਜੇ ਸੱਚ ਹੈ ਕਿ ਸਾਡੀਆਂ ਜੋ ਗਿਆਨ ਇੰਦਰੀਆਂ ਨੇ ਉਹ ਸਾਨੂੰ ਮਾੜੇ ਕਰਮ ਕਰਨ ਵਾਸਤੇ ਪ੍ਰੇਰਿਤ ਕਰਦੀਆਂ ਨੇ। ਜਦੋਂ ਵੀ ਸਾਡੇ ਮਨ ਦੇ ਵਿੱਚ ਕੋਈ ਚੰਗਾ ਖਿਆਲ ਆਉਂਦਾ ਹੈ ਤਾਂ ਸਾਧ ਸੰਗਤ ਜੀ ਜੋ ਗਿਆਨ ਇੰਦਰੀਆਂ ਨੇ ਉਹ ਮਾੜੇ ਕਰਮ ਕਰਾ ਲੈਂਦੀਆਂ ਨੇ। ਅਸੀਂ ਮਾੜਾ ਬੋਲ ਬੈਠਦੇ ਹਾਂ, ਮਾੜਾ ਸੋਚ ਬੈਠਦੇ ਹਾਂ, ਮਾੜਾ ਦੇਖ ਬੈਠਦੇ ਹਾਂ। ਪਰ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਜਿਸ ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਜੋ ਗੁਰੂ ਦੇ ਦਿਖਾਏ ਮਾਰਗ ਤੇ ਚੱਲਦਾ ਹੈ, ਉਹ ਇਹਨਾਂ ਗਿਆਨ ਇੰਦਰੀਆਂ ਨੂੰ ਆਪਣੇ ਕਾਬੂ ਦੇ ਵਿੱਚ ਕਰ ਲੈਂਦਾ ਹੈ। ਤੇ ਪਰ ਭਾਈ ਕਾਬੂ ਉਹੀ ਕਰ ਸਕਦਾ ਹੈ ਜੋ ਗੁਰੂ ਦੇ ਦਿਖਾਏ ਮਾਰਗ ਤੇ ਚੱਲ ਕੇ ਹੱਥਾਂ ਨਾਲ ਕਿਰਤ ਕਮਾਈਆਂ ਕਰਦਾ, ਜੀਵਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਆ। ਹੌਲੀ ਹੌਲੀ ਸਾਧ ਸੰਗਤ ਜੀ ਐਸੀ ਅਵਸਥਾ ਬਣਦੀ ਹੈ ਕਿ ਇਹ ਗਿਆਨ ਇੰਦਰੀਆਂ ਉਸ ਦੇ ਅਧੀਨ ਆ ਜਾਂਦੀਆਂ ਨੇ। ਤੇ ਐਸੇ ਲਈ ਸਤਿਗੁਰੂ ਜੀ ਫਰਮਾਉਂਦੇ ਨੇ, ਮ੍ਰਿਗ ਮੀਨ ਬਿਰੰਗ ਪਤੰਗ ਕੁੰਚਰ, ਏਕ ਦੋਖ ਵਿਨਾਸ਼, ਪੰਜ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ। ਕਿ ਭਾਈ ਜਿਵੇਂ ਹਿਰਨ ਹੋ ਗਿਆ, ਭਵਰਾ ਹੋ ਗਿਆ, ਹਾਥੀ ਹੋ ਗਿਆ, ਸਾਧ ਸੰਗਤ ਜੀ ਇਹਨਾਂ ਦੇ ਵਿੱਚ ਨਾ ਇੱਕ ਇੱਕ ਦੋਸ਼ ਹੈ। ਤੇ ਸਤਿਗੁਰੂ ਜੀ ਫਰਮਾਉਂਦੇ, ਭਾਈ ਇਹਨਾਂ ਸਾਰਿਆਂ 'ਚ ਇੱਕ ਇੱਕ ਦੋਸ਼ ਹੈ, ਆਪਣਾ ਨਾਸ਼ ਕਰਾ ਲੈਂਦੇ ਨੇ। ਤੇ ਇਸ ਜੀਵ ਦੇ ਵਿੱਚ ਤਾਂ ਪੰਜ ਦੋਸ਼ ਨੇ। ਇਸ ਲਈ ਸਾਧ ਸੰਗਤ ਜੀ ਆਓ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਨਾਲ ਜੁੜੀਏ, ਆਪਣੇ ਅੰਦਰੋਂ ਐਸੇ ਸਰੀਰ ਦੇ ਵਿੱਚ ਉਸ ਪ੍ਰਮਾਤਮਾ ਦੀ ਖੋਜ ਕਰੀਏ ਤੇ ਉਸ ਪਰਮ ਪਿਤਾ ਪ੍ਰਮਾਤਮਾ ਦੀ ਖੋਜ ਆਪਣੇ ਅੰਦਰੋਂ ਕਰੀਏ। ਤੇ ਮਿਲਣਾ ਕਿਵੇਂ ਹੈ? ਸਤਿਗੁਰੂ ਜੀ ਫਰਮਾਉਂਦੇ ਨੇ, ਜੀਭਾ ਸੋ ਓੰਕਾਰ ਜਪ, ਹੱਥਨ ਸੋ ਕਰਕਾਰ, ਰਾਮ ਮਿਲੇ ਘਰ ਆਏ ਕਰ ਕਹਿ ਰਵਿਦਾਸ ਵਿਚਾਰ। ਕਿ ਭਾਈ ਕੋਈ ਵੱਡੇ ਕਰਮ ਨਹੀਂ ਜੇ ਕਰਨੇ ਪੈਣੇ, ਬੜਾ ਹੀ ਸਿੱਧਾ ਸਾਦਾ ਰਸਤਾ ਸਤਿਗੁਰਾਂ ਨੇ ਦਿਖਾਇਆ ਆ ਕਿ ਭਾਈ ਸੱਚ ਦੇ ਮਾਰਗ ਤੇ ਚੱਲਣਾ ਹੈ, ਹੱਥਾਂ ਨਾਲ ਇਮਾਨਦਾਰੀ ਦੀ ਰੋਟੀ ਕਮਾਣੀ ਹੈ ਤੇ ਜੀਵਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰਨਾ ਆ। ਉਹ ਸਾਰੀ ਦੁਨੀਆ ਦਾ ਮਾਲਕ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਵੇਗਾ। ਅਬ ਮਨ ਫੂਲ ਪਇਓ ਜਗ ਮਈਆ, ਉਲਟ ਆਪ ਮੈਂ ਸਮਾਈ। ਅੱਗੇ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਜੋ ਮਨ ਸੰਸਾਰ ਦੀ ਮਹਿਮਾ ਵਿੱਚ ਫੁੱਲ ਰਿਹਾ ਸੀ, ਹੁਣ ਸੰਸਾਰ ਵੱਲੋਂ ਉਲਟ ਕੇ ਪ੍ਰਭੂ ਜੀ ਵਿੱਚ ਹੀ ਸਮਾ ਗਿਆ ਆ। ਤੇ ਸੱਚੇ ਸਾਧ ਸੰਗਤ ਜੀ, ਜਦੋਂ ਇਹ ਜੋ ਇਨਸਾਨ ਗੁਰਾਂ ਦੇ ਦਿਖਾਏ ਮਾਰਗ ਤੇ ਚੱਲਦਾ ਆ, ਉਸ ਨੂੰ ਆਪਣੇ ਅੰਦਰੋਂ ਹੀ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ। ਚਲਤ ਚਲਤ ਮੇਰੋ ਨਿਜ ਮਨ ਥਾਕਿਓ, ਅਬ ਮੋਸੈ ਚਲਿਓ ਨਾ ਜਾਈ। ਸਾਈਂ ਸਹਿਜ ਮਿਲਿਓ ਸੋਈ ਸਨਮੁਖ, ਕਹਿ ਰਵਿਦਾਸ ਬੜਾਈ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾਣਾ ਕਰਦੇ ਨੇ ਕਿ ਚਲਤ ਚਲਤ ਮੇਰਾ ਨਿਜ ਮਨ ਥਾਕਿਓ, ਮੋਸੇ ਚਲਿਓ ਨਾ ਜਾਈ। ਕਿ ਭਾਈ ਚਲਦੇ ਚਲਦੇ ਮੇਰਾ ਜੋ ਮਨ ਹੈ ਥੱਕ ਗਿਆ ਹੈ, ਹੋਰ ਚੱਲਿਆ ਨਹੀਂ ਜੀ ਜਾਂਦਾ। ਭਾਵ ਇਹ ਜੋ ਜੀਵ ਹੈ ਸਾਧ ਸੰਗਤ ਜੀ ਬੜੇ ਕਰਮ ਕਾਂਡ ਕਰਦਾ ਹੈ, ਵਹਿਮਾਂ ਭਰਮਾਂ ਅਡੰਬਰਾਂ ਦੇ ਵਿੱਚ ਫਸਿਆ ਰਹਿੰਦਾ ਹੈ। ਇਸ ਦੀ ਜੋ ਸਾਰੀ ਉਮਰ ਹੈ ਇਸੇ ਤਰ੍ਹਾਂ ਬੀਤ ਜਾਂਦੀ ਹੈ, ਪਰ ਪ੍ਰਾਪਤੀ ਕੁਝ ਵੀ ਨਹੀਂ ਜੀ ਹੁੰਦੀ। ਜਿਵੇਂ ਸਾਧ ਸੰਗਤ ਜੀ ਅਸੀਂ ਪਾਣੀ ਦੇ ਵਿੱਚ ਮਧਾਣੀ ਪਾ ਲਈਏ ਨਾ, ਉਸ ਪਾਣੀ ਦੇ ਵਿੱਚ ਸਾਨੂੰ ਕੁਝ ਨਹੀਂ ਜੇ ਪ੍ਰਾਪਤ ਹੋਣਾ। ਤੇ ਇਸ ਲਈ ਸਤਿਗੁਰੂ ਜੀ ਫਰਮਾਉਂਦੇ, ਭਾਈ ਜਿੰਨੇ ਮਰਜ਼ੀ ਕਰਮ ਕਾਂਡ ਅਸੀਂ ਕਰ ਲਈਏ, ਜਿੰਨੇ ਮਰਜ਼ੀ ਵਹਿਮ ਭਰਮ ਅਸੀਂ ਕਰ ਲਈਏ, ਕੁਝ ਨਹੀਂ ਜੇ ਪ੍ਰਾਪਤ ਹੋਣਾ। ਤੇ ਜਦੋਂ ਵੀ ਪ੍ਰਾਪਤ ਹੋਣਾ, ਗੁਰਾਂ ਦੇ ਗੁਰਮੰਤਰ ਨੇ ਹੀ ਸਾਨੂੰ ਦੇਣਾ ਹੈ। ਜਦੋਂ ਵੀ ਪ੍ਰਾਪਤੀ ਹੋਣੀ ਸਾਧ ਸੰਗਤ ਜੀ ਸਰੀਰ ਦੇ ਵਿੱਚ ਹੀ ਸਾਨੂੰ ਪ੍ਰਾਪਤੀ ਹੋਣੀ ਹੈ। ਸਾਈਂ ਸਹਿਜ ਮਿਲਿਓ ਸੋਈ ਸਨਮੁਖ, ਕਹਿ ਰਵਿਦਾਸ ਬੜਾਈ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਸਹਿਜ ਅਵਸਥਾ ਦੇ ਵਿੱਚ ਪਹੁੰਚ ਕੇ ਪ੍ਰਭੂ ਪ੍ਰਮਾਤਮਾ ਮੈਨੂੰ ਪ੍ਰਤੱਖ ਰੂਪ ਦੇ ਵਿੱਚ ਪ੍ਰਾਪਤ ਹੋ ਗਿਆ ਹੈ। ਆਓ ਸਾਧ ਸੰਗਤ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਤੋਂ ਬਚਾ ਕੇ
ਸ਼ਬਦ ਨਾਲ ਜੋੜ ਰਹੇ ਨੇ, ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਕਿ ਭਾਈ ਜੇ ਕੋਈ ਸਭ ਤੋਂ ਵੱਡਾ ਹੈ ਧਰਮ ਦੀ ਦੁਨੀਆ ਵਿੱਚੋਂ, ਸਭ ਤੋਂ ਵੱਡਾ ਹੈ ਸਾਧ ਸੰਗਤ ਜੀ ਪ੍ਰਮਾਤਮਾ ਦਾ ਸਿਮਰਨ। ਪ੍ਰਮਾਤਮਾ ਦੇ ਸਿਮਰਨ ਤੋਂ ਬਗੈਰ ਅਸੀਂ ਜੋ ਕੁਝ ਵੀ ਕਰ ਲਈਏ, ਸਤਿਗੁਰੂ ਜੀ ਫਰਮਾਉਂਦੇ ਨੇ ਐਸੀ ਭਗਤ ਨਾ ਹੋਈ ਰਹਿ ਭਾਈ, ਰਾਮ ਨਾਮ ਬਿਨ ਜੋ ਕੁਝ ਕਰੀਐ ਸੋ ਸਭ ਪਰਮ ਕਹਾਈ। ਕਿ ਭਾਈ ਪ੍ਰਮਾਤਮਾ ਦੇ ਸਿਮਰਨ ਤੋਂ ਬਗੈਰ ਅਸੀਂ ਜੋ ਕੁਝ ਵੀ ਕਰਦੇ ਹਾਂ ਸਾਧ ਸੰਗਤ ਜੀ, ਇਹ ਜੋਤਾਂ ਜਗਾਣੀਆਂ, ਧੂਪ ਜਗਾਣੀ, ਅਗਰਬੱਤੀ ਜਗਾਣੀ, ਸਤਿਗੁਰੂ ਜੀ ਫਰਮਾਉਂਦੇ ਨੇ ਮਨ ਹੀ ਪੂਜਾ ਮਨ ਹੀ ਧੂਪ, ਮਨ ਹੀ ਸਿਉ ਸਹਿਜ ਸਰੂਪ। ਧੂਪ ਦੀਪ ਨਬੇਦੇ ਹੀ ਬਾਸਾ, ਕੈਸੇ ਪੂਜ ਕਰੇ ਤੇਰੀ ਦਾਸਾ। ਤੋੜੂ ਨਾ ਪਾਤੀ ਪੂਜੂ ਨਾ ਦੇਵਾ, ਸਹਿਜ ਸਮਾਧ ਕਰੂ ਹਰ ਸੇਵਾ। ਤੇ ਭਾਈ ਗੁਰੂ ਕਹਿਣ ਦਾ ਉਦੋਂ ਹੀ ਫਾਇਦਾ ਹੁੰਦਾ ਆ ਜਦੋਂ ਅਸੀਂ ਗੁਰਾਂ ਦੇ ਦਿਖਾਏ ਮਾਰਗ ਤੇ ਚੱਲੀਏ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਕਰਮ ਕਾਂਡਾਂ ਨੂੰ ਕਰਨ ਤੋਂ ਰੋਕਦੇ ਨੇ ਤੇ ਫਰਮਾਉਂਦੇ ਨੇ ਭਾਈ ਇਹਨਾਂ ਨਾਲ ਕੁਝ ਪ੍ਰਾਪਤ ਨਹੀਂ ਜੀ ਹੋਣਾ। ਤੇ ਜਦੋਂ ਪ੍ਰਾਪਤੀ ਹੋਣੀ ਹੈ ਸਤਿਗੁਰੂ ਜੀ ਫਰਮਾਉਂਦੇ ਭਾਈ ਪ੍ਰਮਾਤਮਾ ਦਾ ਸਿਮਰਨ ਕਰੋ, ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ। ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ, ਤੇ ਨਰ ਦੋ ਜਗ ਜਾਏਂਗੇ ਸਤ ਪਾਖੇ ਰਵਿਦਾਸ। ਸਾਧ ਸੰਗਤ ਜੀ ਸ਼ਲੋਕ ਅਸੀਂ ਹਰ ਰੋਜ਼ ਪੜ੍ਹਦੇ ਹਾਂ, ਸੁਣਦੇ ਵੀ ਹਾਂ। ਤੇ ਗੁਰਬਾਣੀ ਪੜ੍ਹਨੀ ਸੁਣਨੀ ਚੰਗੀ ਗੱਲ ਹੈ, ਪਰ ਉਸ ਤੇ ਅਮਲ ਕਰਨਾ ਵੀ ਸਾਡਾ ਫਰਜ਼ ਬਣਦਾ ਹੈ। ਇਹ ਨਹੀਂ ਹੈ ਕਿ ਗੁਰਬਾਣੀ ਪੜ੍ਹੀ, ਸਵੇਰੇ ਨਿਤਨੇਮ ਕੀਤਾ, ਸ਼ਾਮ ਨੂੰ ਨਿਤਨੇਮ ਕੀਤਾ ਤੇ ਉਸ ਪਰਮਾਤਮਾ ਦਾ ਸਿਮਰਨ ਕੀਤਾ ਹੀ ਨਹੀਂ। ਗੁਰਬਾਣੀ ਪੜ੍ਹ ਕੇ ਵੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਮੰਨ ਕੇ ਵੀ ਜੇ ਅਸੀਂ ਕਰਮ ਕਾਂਡਾਂ ਵਹਿਮਾਂ ਭਰਮਾਂ ਦੇ ਵਿੱਚ ਫਸੇ ਹੋਏ ਹਾਂ ਸਾਧ ਸੰਗਤ ਜੀ, ਤਾਂ ਸਾਨੂੰ ਕਦੇ ਵੀ ਸੱਚ ਦੀ ਪ੍ਰਾਪਤੀ ਨਹੀਂ ਜਿਉਣੀ। ਵੱਡ ਕਰਮਾਂ ਵਾਲਿਆਂ ਕੇ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗੇ ਗੁਰੂ ਸਾਨੂੰ ਮਿਲੇ ਨੇ, ਜਿਨ੍ਹਾਂ ਨੇ ਸਾਨੂੰ ਵਹਿਮਾਂ ਭਰਮਾਂ ਡੰਬਰਾਂ ਵਿੱਚ ਨਹੀਂ ਜੇ ਫਸਾਇਆ, ਸਾਨੂੰ ਸਿੱਧਾ ਸਾਦਾ ਰਸਤਾ ਦਿਖਾ ਕੇ ਸੱਚ ਦੇ ਮਾਰਗ ਤੇ ਤੋਰ ਰਹੇ ਨੇ। ਐਸੇ ਨੇ ਗੁਰੂਆਂ ਦੇ ਗੁਰੂ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ। ਤਾਂ ਸਾਧ ਸੰਗਤ ਜੀ ਸਾਡਾ ਵੀ ਫਰਜ਼ ਬਣਦਾ ਹੈ ਕਿ ਜੋ ਰਸਤਾ ਸਾਨੂੰ ਸਤਿਗੁਰੂ ਜੀ ਦਿਖਾ ਰਹੇ ਨੇ ਉਸ ਰਸਤੇ ਤੇ ਚੱਲੀਏ। ਤੇ ਜੋ ਰਸਤਾ ਸਾਡੇ ਮਹਾਂਪੁਰਸ਼ਾਂ ਨੇ ਦਿਖਾਇਆ, ਜਿਵੇਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜੋ ਪਹਿਲਾ ਸਾਨੂੰ ਉਪਦੇਸ਼ ਸੀ ਪੜੋ, ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੀ ਸਾਨੂੰ ਇਹ ਸਮਝਾਣਾ ਕਰਦੇ ਨੇ ਮਾਧੋ ਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ, ਰਵਿਦਾਸ ਕਹੈ ਬਿਨ ਵਿਦਿਆ ਨਰਕੋ ਜਾਨ ਅਜਾਨ। ਕਿ ਭਾਈ ਸਿੱਖਿਆ ਤੋਂ ਬਗੈਰ ਅਸੀਂ ਕੁਝ ਵੀ ਨਹੀਂ ਆ। ਸਾਧ ਸੰਗਤ ਜੀ ਆਪਣੇ ਬੱਚਿਆਂ ਨੂੰ ਖੂਬ ਪੜਾਓ। ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੀ ਫਰਮਾਉਂਦੇ ਨੇ, ਬਾਬਾ ਸਾਹਿਬ ਦਾ ਪਹਿਲਾ ਉਪਦੇਸ਼ ਇਹੀ ਸੀ। ਤੇ ਸਾਧ ਸੰਗਤ ਜੀ ਸਕੂਲਾਂ ਕਾਲਜਾਂ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ। ਆਪਣੇ ਬੱਚੇ ਨੂੰ ਖੂਬ ਪੜਾਓ ਤਾਂ ਜੋ ਵੱਡੇ ਵੱਡੇ ਅਹੁਦਿਆਂ ਤੇ ਪਹੁੰਚਣ, ਪਰ ਨਾਲ ਨਾਲ ਸਾਧ ਸੰਗਤ ਜੀ ਉਹਨਾਂ ਨੂੰ ਗੁਰਬਾਣੀ ਦਾ ਗਿਆਨ ਵੀ ਦੇਣਾ ਹੈ। ਕਿਉਂਕਿ ਦੇਖਿਆ ਸਾਧ ਸੰਗਤ ਜੀ ਬਹੁਤ ਸਾਰੇ ਜੋ ਪੜ੍ਹੇ ਲਿਖੇ ਲੋਕ ਨੇ ਉਹ ਵਹਿਮਾਂ ਭਰਮਾਂ ਦੇ ਡੰਬਰਾਂ ਦੇ ਵਿੱਚ ਫਸੇ ਹੋਏ ਨੇ। ਸਤਿਗੁਰੂ ਜੀ ਇਸ ਨੂੰ ਮਾਨਸਿਕ ਗੁਲਾਮੀ ਕਹਿੰਦੇ ਨੇ। ਤੇ ਕੀ ਫਾਇਦਾ ਹੈ ਸਾਧ ਸੰਗਤ ਜੀ ਪੜ੍ਹੇ ਲਿਖੇ ਹੋਣ ਦਾ ਜੋ ਵਹਿਮਾਂ ਭਰਮਾਂ ਦੇ ਵਿੱਚ ਹੀ ਫਸਿਆ ਹੋਇਆ ਹੈ। ਇਸ ਲਈ ਸਾਨੂੰ ਦੋਨੇ ਹੀ ਸਿੱਖਿਆਵਾਂ ਜ਼ਰੂਰੀ ਨੇ। ਸਾਨੂੰ ਸਕੂਲਾਂ ਕਾਲਜਾਂ ਦੀ ਪੜ੍ਹਾਈ ਵੀ ਜ਼ਰੂਰੀ ਹੈ ਸੰਸਾਰ ਦੇ ਵਿੱਚ ਤਰੱਕੀਆਂ ਲੈਣ ਲਈ, ਤੇ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਕਬੀਰ ਸਾਹਿਬ, ਸਤਿਗੁਰੂ ਨਾਮਦੇਵ ਜੀ, ਸਾਡੇ ਮਹਾਂਪੁਰਸ਼ਾਂ ਦੀ ਅਧਿਆਤਮਿਕ ਸਿੱਖਿਆ ਵੀ ਚਾਹੀਦੀ ਹੈ, ਤਾਂ ਜੋ ਸਾਡੇ ਬੱਚੇ ਵਹਿਮਾਂ ਭਰਮਾਂ ਡੰਬਰਾਂ ਦੇ ਸ਼ਿਕਾਰ ਨਾ ਜੇ ਹੋ ਜਾਣ। ਅੱਗੇ ਬਾਬਾ ਸਾਹਿਬ ਨੇ ਫਰਮਾਇਆ ਸੀ, ਜੁੜੋ ਸਤਿਗੁਰੂ ਜੀ ਫਰਮਾਉਂਦੇ ਨੇ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂ ਮਖੀਰਾ। ਕਿ ਭਾਈ ਸੱਚ ਦੇ ਨਾਲ ਅਸੀਂ ਇਸ ਤਰ੍ਹਾਂ ਆਪਸ ਦੇ ਵਿੱਚ ਜੁੜ ਕੇ ਰਹਿਣਾ ਆ ਜਿਵੇਂ ਮਧੂ ਮੱਖੀਆਂ ਆਪਸ 'ਚ ਜੁੜ ਕੇ ਰਹਿੰਦੀਆਂ ਨੇ। ਪਰ ਭਾਈ ਜੁੜਨਾ ਅਸੀਂ ਸੱਚ ਨਾਲ ਹੈ, ਝੂਠ ਨਾਲ ਪਖੰਡਾਂ ਨਾਲ ਨਹੀਂ ਜੇ ਜੁੜਨਾ। ਤੀਸਰਾ ਜੋ ਉਪਦੇਸ਼ ਸੀ ਬਾਬਾ ਸਾਹਿਬ ਦਾ, ਸੰਘਰਸ਼ ਕਰੋ। ਸਤਿਗੁਰੂ ਜੀ ਫਰਮਾਉਂਦੇ ਨੇ, ਪ੍ਰਾਦੀਨਤਾ ਪਾਪ ਹੈ ਜਾਣ ਲਿਓ ਰਹਿ ਮੀਤ, ਰਵਿਦਾਸ ਦਾਸ ਪ੍ਰਾਦੀਨ ਸੋ ਕੌਣ ਕਰੈ ਹੈ ਪ੍ਰੀਤ। ਕਿ ਭਾਈ ਗੁਲਾਮਾਂ ਨਾਲ ਕੋਈ ਪਿਆਰ ਨਹੀਂ ਜੇ ਕਰਦਾ। ਤੇ ਸਾਧ ਸੰਗਤ ਜੀ ਗੁਲਾਮੀ ਚਾਹੇ ਮਾਨਸਿਕ ਹੋਵੇ, ਗੁਲਾਮੀ ਚਾਹੇ ਸਰੀਰਕ ਹੋਵੇ, ਹਰ ਪ੍ਰਕਾਰ ਦੀ ਗੁਲਾਮੀ ਮਾੜੀ ਹੁੰਦੀ ਹੈ। ਤੇ ਇਸ ਗੁਲਾਮੀ ਤੋਂ ਬਾਹਰ ਆਉਣ ਵਾਸਤੇ ਅਸੀਂ ਸੰਘਰਸ਼ ਕਰਨਾ ਆ। ਤੇ ਸਾਧ ਸੰਗਤ ਜੀ ਗੁਲਾਮੀ ਤੋਂ ਬਾਹਰ ਅਸੀਂ ਉਦੋਂ ਹੀ ਆ ਸਕਦੇ ਹਾਂ ਜਦੋਂ ਅਸੀਂ ਆਪਸ ਦੇ ਵਿੱਚ ਇਕੱਠੇ ਹੋਵਾਂਗੇ, ਜਦੋਂ ਅਸੀਂ ਗੁਰਾਂ ਦੇ ਦਿਖਾਏ ਮਾਰਗ ਤੇ ਚੱਲਾਂਗੇ, ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਚੋਂ ਬਾਹਰ ਆਵਾਂਗੇ, ਆਪਣੇ ਬੱਚਿਆਂ ਨੂੰ ਸਿੱਖਿਆ ਦੇਵਾਂਗੇ, ਇਕੱਠੇ ਹੋਵਾਂਗੇ। ਤੇ ਜਦੋਂ ਸਾਧ ਸੰਗਤ ਜੀ ਅਸੀਂ ਇਸ ਗੁਲਾਮੀ ਨੂੰ ਖਤਮ ਕਰ ਲਿਆ, ਸਤਿਗੁਰੂ ਜੀ ਫਰਮਾਉਂਦੇ ਫਿਰ ਸਭ ਦਾ ਹੀ ਭਲਾ ਕਰਨਾ ਭਾਈ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਬਨ ਕੋ ਅੰਨ, ਛੋਟ ਬੜੇ ਸਭ ਸੰਬਸੈ ਰਵਿਦਾਸ ਰਹਿ ਪ੍ਰਸੰਨ। ਕਿ ਭਾਈ ਫਿਰ ਐਸਾ ਰਾਜ ਲੈ ਕੇ ਆਣਾ ਹੈ ਜਿਸ ਦੇ ਵਿੱਚ ਨਾ ਕੋਈ ਵੱਡਾ ਹੋਵੇ
ਨਾ ਕੋਈ ਛੋਟਾ ਹੋਵੇ, ਨਾ ਕੋਈ ਊਚ ਨੀਚ ਹੋਵੇ, ਸਭ ਉਸ ਪ੍ਰਮਾਤਮਾ ਦੇ ਦਾਸ ਹੋਣ। ਤੇ ਸਾਧ ਸੰਗਤ ਜੀ, ਸਭ ਦਾ ਹੀ ਭਲਾ ਮੰਗਣਾ ਹੈ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਕਿ ਭਾਈ ਕਿਸੇ ਦਾ ਬੁਰਾ ਨਾ ਜੇ ਸੋਚਿਆ ਕਰ। ਤੇ ਸਤਿਗੁਰੂ ਜੀ ਦਾ ਫਰਮਾਨ ਹੈ, ਭਾਈ ਜੋ ਸਭ ਦਾ ਭਲਾ ਸੋਚਦਾ ਨਾ ਸਾਧ ਸੰਗਤ ਜੀ, ਪ੍ਰਮਾਤਮਾ ਸਭ ਤੋਂ ਪਹਿਲਾਂ ਉਸੇ ਦਾ ਹੀ ਭਲਾ ਕਰਦਾ। ਸੋ ਆਓ ਇੰਨੀਆਂ ਕੁ ਬੇਨਤੀਆਂ ਅੱਜ ਦੀਆਂ ਪ੍ਰਵਾਨ ਕਰਨਾ। ਹੋਈਆਂ ਭੁੱਲਾਂ ਚੁੱਕਾਂ ਦੀਆਂ क्षमा, ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਪਾਰ। ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ। ਸ਼ਲੋਕ ਹਰ ਸੋ ਹੀਰਾ ਛਾੜ ਕੈ ਕਰਹਿ ਆਨ ਕੀ ਆਸ। ਤੇ ਨਰ ਦੋਜਕ ਜਾਹਿਂਗੇ ਸਤ ਪਾਖੈ ਰਵਿਦਾਸ। ਤੇ ਨਰ ਦੋਜਕ ਜਾਹਿਂਗੇ ਸਤ ਪਾਖੈ ਰਵਿਦਾਸ। ਜਪੋ ਜੀ ਸਤਨਾਮ 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 ਸੋਹੰ ਸਤਨਾਮ। ਜੋ ਬੋਲੇ ਸੋ ਨਿਰਭੈ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੈ ਗੁਰਦੇਵ ਧੰਨ ਗੁਰਦੇਵ। ਸਤਨਾਮ 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 ਸੋਹੰ ਸਤਨਾਮ।